गुड मॉर्निंग 7th क्लास। बेटे मैं थोड़ा SST ਦਾ टॉपिक फर्स्ट है जो वातावरण ਉਹ ਤੁਹਾਨੂੰ ਸਮਝਾਉਣ ਲੱਗੀ ਹੈ। ਪੰਜਾਬ ਐਜੂਕੇਅਰ ਐਪ ਤੋਂ ਤੁਹਾਨੂੰ ਇਹ ਚੈਪਟਰ ਸਮਝਾਉਣ ਲੱਗੀ ਹੈ। ਕਦੇ ਤੁਸੀਂ ਇਸ ਮਤਲਬ ਕੁਝ ਸਮਝਣਾ ਹੋਵੇ, ਕੁਝ ਦੇਖਣਾ ਹੋਵੇ ਤਾਂ ਤੁਸੀਂ ਇਸ ਐਪ ਨੂੰ ਦੇਖ ਸਕਦੇ ਹੋ। देखो तुसी सिलेबस ते टिक करनी है। स्टडी मटीरियल आ गया, टैक्सट बुक्स ते टिक करो। पंजाबी मीडियम 5वें नंबर ते पिया है, 1 2 लिखा है, उत्थे क्लिक करोगे थोनू चैप्टर खुल जूगा। देखो साडा वातावरण जिवें जिवें मैं समझा रही हैं उवें उवें तुसी आपदा कॉपी भी खोल के रखो। लोड होने ते 2 मिनट लग जाते हैं क्योंकि पूरा वड्डा है चैप्टर। देखो वातावरण तो अर्थ आले दुआले तो है, धरती की सतह उत्ते काम करदियां अनेक कुदरती शक्तियां तो है, जिस करके हरेक थां ते आले दुआले विच अंतर हुंदा है। इस करके ही मनुख ਦਾ ਆਪਣੇ ਆਲੇ ਦੁਆਲੇ ਨਾਲ ਸੰਬੰਧ ਹਰੇਕ ਜਗ੍ਹਾ ਤੇ ਇੱਕੋ ਜਿਹਾ ਨਹੀਂ ਹੁੰਦਾ। ਵਾਤਾਵਰਣ ਦੇ ਤੱਤ ਜਿਵੇਂ ਕਿ ਧਰਾਤਲ, ਤਾਪਮਾਨ, ਵਰਖਾ, ਇਹ ਲਾਈਨ ਟਿਕ ਕਰ ਲਓ, ਹਰੇਕ ਜਗ੍ਹਾ ਇੱਕੋ ਜਿਹਾ ਨਾ ਹੋਣ ਕਰਕੇ ਬਨਸਪਤੀ, ਜੀਵ ਜੰਤੂ ਅਤੇ ਧਰਤੀ ਦੀ ਹੋਰ ਪੈਦਾਵਾਰ ਵੱਖੋ ਵੱਖਰੀ ਹੋ ਜਾਂਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਵਾਤਾਵਰਣ ਦੇ ਵਿੱਚ ਜੋ ਧਰਾਤਲ ਹੈ, ਸਾਡਾ ਤਾਪਮਾਨ ਹੈ ਜਾਂ ਵਰਖਾ ਹੈ, ਕਿਤੇ ਕਿਤੇ ਜ਼ਿਆਦਾ ਹੁੰਦੀ ਹੈ, ਕਿਤੇ ਘੱਟ ਹੁੰਦੀ ਹੈ। ਕਿਤੇ ਧਰਾਤਲ मैदान होणगे ते किते की होणगे, पहाड़ होणगे। हरेक जगह ते जिहड़ा तापमान है इक्को जिहा नहीं होगा, किते वध होगा किते घट होगा। इसे करके उत्थों दी बनस्पति मतलब पेड़ पौधे, उत्थों दे पशु, उन्हां दा खान पीन, उन्हां दे लोकां दा ਪਹਿਰਾਵਾ ਜਾਂ ਉਹਨਾਂ ਦੇ ਰਹਿਣ ਦਾ ਜੀਵਨ ਦਾ ਤਰੀਕਾ ਸਭ ਕੁਝ ਵੱਖਰਾ ਹੋਊਗਾ। ਕਿਹਦੇ ਵੱਖਰੇ ਹੋਣ ਦੇ ਨਾਲ? ਵਾਤਾਵਰਣ ਦੇ ਵੱਖਰੇ ਹੋਣ ਦੇ ਨਾਲ। ਇਹਨਾਂ ਤੱਥਾਂ ਸਦਕਾ ਮਨੁੱਖੀ ਕੰਮ ਧੰਦੇ ਵੀ ਬਦਲ ਜਾਂਦੇ ਹਨ। ਮਹਾਂਦੀਪਾਂ ਉੱਤੇ ਰਹਿਣ ਵਾਲੇ ਮਨੁੱਖ ਜਿਵੇਂ ਆਮ ਕਰਕੇ ਖੇਤੀਬਾੜੀ, ਲਾਈਨ ਟਿਕ ਕਰ ਲਓ, ਪਸ਼ੂ ਪਾਲਣ ਤੇ ਜੰਗਲਾਂ ਨਾਲ ਸੰਬੰਧਿਤ ਧੰਦਿਆਂ ਅਤੇ ਸਮੁੰਦਰ ਦੇ ਕੰਢੇ ਜਾਂ ਟਾਪੂਆਂ ਦੇ ਵਸਨੀਕ ਮੱਛੀਆਂ ਫੜਨ ਦੇ ਕੰਮ ਵਿੱਚ ਰੁੱਝੇ ਹੋਏ ਹੁੰਦੇ ਹਨ। ਤੁਹਾਨੂੰ ਇਹ ਦੂਜਾ ਕੁਐਸਚਨ ਹੋਊਗਾ ਕਿ ਉੱਥੋਂ ਦੇ ਲੋਕਾਂ ਦੇ ਕੰਮ ਕੀ ਹਨ, ਤਾਂ ਤੁਸੀਂ ਇਹੀ ਲਿਖੋਗੇ ਖੇਤੀਬਾੜੀ, ਪਸ਼ੂ ਪਾਲਣਾ ਜਾਂ ਜੰਗਲਾਂ ਨਾਲ ਸੰਬੰਧਿਤ ਧੰਦਿਆਂ ਅਤੇ ਸਮੁੰਦਰਾਂ ਦੇ ਕੰਢਿਆਂ ਉੱਤੇ। ਇੰਨਾ ਨਹੀਂ, ਪੂਰਾ ਨਹੀਂ ਲਿਖਣਾ ਤਾਂ ਸਿੱਧਾ ਕਹਿ ਸਕਦੇ ਹੋ ਕਿ ਜੰਗਲਾਂ ਦੇ ਨਾਲ ਸੰਬੰਧਿਤ ਧੰਦੇ ਅਤੇ ਮੱਛੀਆਂ ਫੜਨ ਦੇ ਕੰਮ। ਧਰਤੀ, ਪਾਣੀ ਅਤੇ ਜਲਵਾਯੂ ਦੇ ਆਧਾਰ 'ਤੇ ਇੱਕ ਵਿਸ਼ੇਸ਼ ਜੀਵ ਜਗਤ ਅਤੇ ਪੇੜ ਪੌਦਿਆਂ ਦਾ ਵਾਤਾਵਰਣ ਪੈਦਾ ਹੁੰਦਾ ਹੈ। ਮਨੁੱਖ ਵਾਂਗ ਪੇੜ ਪੌਦੇ ਅਤੇ ਜੀਵਨ ਵੀ ਆਪਣੇ ਵਾਤਾਵਰਣ 'ਤੇ ਨਿਰਭਰ ਅਤੇ ਆਧਾਰਿਤ ਹੁੰਦੇ ਹਨ, ਜਿਸ ਨੂੰ ਹੈਬੀਟੈਟ ਜਾਂ ਆਵਾਸ ਆਖਦੇ ਹਨ। ਮਤਲਬ ਕੀ ਹੈ ਆਵਾਸ ਤੋਂ? ਕਿ ਕਿੱਥੇ ਜਿੱਥੇ ਜਿਹੜਾ ਬੰਦਾ ਰਹਿ ਰਿਹਾ ਹੈ ਉਹਦਾ ਰਹਿਣ ਸਥਾਨ, ਉਹਦਾ ਰਹਿਣ ਦਾ ਘਰ ਨੂੰ ਕਿਹਾ ਜਾਂਦਾ ਹੈ ਹੈਬੀਟੈਟ। ਜਿਵੇਂ ਜੰਗਲਾਂ ਦੇ ਵਿੱਚ ਪਸ਼ੂ ਪੰਛੀ ਰਹਿੰਦੇ ਹੈ ਤਾਂ ਉਹਨਾਂ ਦਾ ਹੈਬੀਟੈਟ ਕੀ ਹੈ? ਜੰਗਲ। ਉਵੇਂ ਹੀ ਆਪਾਂ ਘਰਾਂ ਵਿੱਚ ਰਹਿੰਦੇ ਹਾਂ, ਆਪਣਾ ਰਹਿਣ ਸਥਾਨ ਕੀ ਹੈ? ਘਰ। ਅੱਗੇ ਤੁਸੀਂ ਇਹ ਪਤਾ ਕਰਕੇ ਮੈਨੂੰ ਦੱਸਣਾ ਹੈ ਕਿ ਵਾਤਾਵਰਣ ਦਿਵਸ ਕਦੋਂ ਬਣਾਇਆ ਜਾਂਦਾ ਹੈ। ਬਹੁਤ ਈਜ਼ੀ ਹੈ ਇਹ ਤੁਸੀਂ ਆਪੇ ਸਰਚ ਕਰਕੇ ਫਿਰ ਮੈਨੂੰ ਆਨਸਰ ਦੋਗੇ। ਅੱਗੇ ਹੈ ਧਰਤੀ ਦੇ ਭੂਮੱਧ ਖੇਤਰੀ ਭਾਗਾਂ ਨੂੰ ਭਾਵੇਂ ਸੰਘਣੇ ਜੰਗਲਾਂ ਕਰਕੇ ਜਾਣਿਆ ਜਾਂਦਾ ਹੈ, ਫਿਰ ਵੀ ਮਹਾਂਦੀਪਾਂ ਦੇ ਵਿਚਕਾਰਲੇ ਖੁਸ਼ਕ ਭਾਗਾਂ ਵਿੱਚ ਕੇਵਲ ਘਾਹ ਹੀ ਪੈਦਾ ਹੁੰਦਾ ਹੈ। ਧਰਤੀ ਦੇ ਧਰੂਵੀ ਭਾਗ ਸਦੀਵੀ ਬਰਫ਼ ਨਾਲ ਢਕੇ ਹੋਣ ਕਰਕੇ ਮਨੁੱਖ ਅਤੇ ਜੰਗਲਾਂ ਤੋਂ ਵਾਂਝੇ ਹੁੰਦੇ ਹਨ। ਭੌ ਮਤਲਬ ਧਰਤੀ, ਪਾਣੀ, ਹਵਾ, ਸੂਰਜ ਦੀ ਗਰਮੀ ਧਰਤੀ 'ਤੇ ਹਰ ਪ੍ਰਕਾਰ ਦੀ ਜੂਨੀ ਨੂੰ ਜਨਮ ਦਿੰਦੀ ਹੈ। ਜਿੱਥੇ ਇਹਨਾਂ ਸਾਰੇ ਤੱਥਾਂ ਦੀ ਆਪਸੀ ਤਾਲਮੇਲ ਹੁੰਦਾ ਹੈ ਉੱਥੇ ਹੀ ਇਹ ਸੰਭਵ ਹੈ। ਮਤਲਬ ਇਹ ਕਿੱਥੇ ਸੰਭਵ ਹੈ? ਜੀਵ ਮੰਡਲ। ਆਪਣੀ ਅਗਲੀ ਲਾਈਨ ਲਿਖੀ ਵੀ ਹੋਈ ਹੈ ਕਿ ਇਹ ਤਾਲਮੇਲ ਕਿੱਥੇ ਪਾਇਆ ਜਾਂਦਾ ਹੈ? ਜੀਵ ਮੰਡਲ ਵਿੱਚ ਪਾਇਆ ਜਾਂਦਾ ਹੈ। ਦੇਖੋ ਰਾਜੇ, ਆਪਣੇ ਕੋਲ 4 ਮੰਡਲ ਹੁੰਦੇ ਹੈ: ਥਲ ਮੰਡਲ, ਜਲ ਮੰਡਲ, ਜੀਵ ਮੰਡਲ ਤੇ ਚੌਥਾ ਹੈ ਵਾਯੂਮੰਡਲ। ਹੁਣ ਥਲ ਮੰਡਲ ਦੇ ਵਿੱਚ ਕੀ ਹੈ ਕਿ ਧਰਤੀ ਹੋਊਗੀ, ਜਲ ਮੰਡਲ ਦੇ ਵਿੱਚ ਪਾਣੀ ਹੋਊਗਾ, ਵਾਯੂਮੰਡਲ ਦੇ ਵਿੱਚ
ਹਵਾ ਹੋਊਗੀ। ਤੇ ਜੀਵ ਮੰਡਲ ਕੀ ਹੋਊਗਾ? ਜਿਹਦੇ ਵਿੱਚ ਤਿੰਨੋਂ ਪਾਏ ਜਾਂਦੇ ਹੈ ਉਹ ਜੀਵ ਮੰਡਲ ਹੋਊਗਾ, ਜਿਹਨੂੰ ਅਸੀਂ ਬਾਇਓਸਫੀਅਰ ਵੀ ਆਖਦੇ ਹਾਂ। ਤੇ ਇੱਕ ਇਕੱਲਾ ਜੀਵ ਮੰਡਲ ਹੀ ਹੈ ਜਿੱਥੇ ਜ਼ਿੰਦਗੀ ਪੋਸੀਬਲ ਹੈ। ਕਿਸੇ ਥਾਂ ਦੇ ਜੀਵ ਮੰਡਲ ਜਾਂ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਉਸਦੀ ਪਰਿਸਥਿਤੀ ਆਖਦੇ ਹਨ। ਮਤਲਬ ਕੀ ਕਹਿਣਾ ਚਾਹੁੰਦੇ ਹੈ ਕਿ ਜੀਵ ਮੰਡਲ ਜਿੱਥੇ ਹੋਊਗਾ ਉੱਥੇ ਭੌਤਿਕ ਆਲੇ ਦੁਆਲੇ ਨੂੰ ਜਿਹੜਾ ਆਸਾ ਪਾਸਾ ਹੈ ਸਾਰੀ ਚੀਜ਼ ਨੂੰ ਕੀ ਕਿਹਾ ਜਾਂਦਾ? ਪਰਿਸਥਿਤੀ, ਇਕੋਲੋਜੀ। ਅਗਲਾ ਹੈ ਬਦਲਦਾ ਵਾਤਾਵਰਣ। ਧਰਤੀ ਦੀ ਸਤਹ ਉੱਤੇ ਵਾਤਾਵਰਣ ਸਦਾ ਹੀ ਬਦਲਦਾ ਰਹਿੰਦਾ ਹੈ ਕਿਉਂਕਿ ਇਸ ਦੇ ਸਾਰੇ ਤੱਥ ਬਦਲਦੇ ਰਹਿੰਦੇ ਹਨ। ਇਹ ਤਬਦੀਲੀਆਂ ਛੇਤੀ ਅਤੇ ਹੌਲੀ ਹੌਲੀ ਹੋਣ ਵਾਲੀਆਂ ਦੋਵੇਂ ਤਰ੍ਹਾਂ ਦੀਆਂ ਹੁੰਦੀਆਂ ਹਨ। ਹੌਲੀ ਜਾਂ ਧੀਮੀ ਗਤੀ ਦੀਆਂ ਤਬਦੀਲੀਆਂ ਧਰਤੀ ਦੀ ਸਤਹ ਉੱਤੇ ਅਪਰਦਨ ਕਾਰਕਾਂ ਕਰਕੇ ਹੁੰਦੀ ਹੈ। ਅਪਰਦਨ ਕਾਰਕ ਕੀ ਹੁੰਦੇ? ਜਿਵੇਂ ਮੰਨ ਲਓ ਹਵਾ ਜ਼ੋਰ ਜ਼ੋਰ ਦੀ ਵਗਣ ਲੱਗੀ ਜਾਂ ਕੋਈ ਫਲੱਡ ਆ ਗਿਆ, ਬਾੜ ਕਹਿੰਦੇ ਆ ਜਿਹਨੂੰ, ਦਰਿਆ ਜਾਂ ਗਲੇਸ਼ੀਅਰ ਪਿਘਲ ਗਏ, ਦਰਿਆ ਖੁੱਲ੍ਹ ਗਏ, ਸਮੁੰਦਰ ਦੇ ਵਿੱਚੋਂ ਪਾਣੀ ਆਉਣ ਲੱਗ ਗਿਆ, ਛਿੱਜਣ ਆਦਿ ਦੁਆਰਾ ਹੁੰਦੀਆਂ ਹਨ। ਛੇਤੀ ਜਾਂ ਤੇਜ਼ ਗਤੀਆਂ ਕਿਵੇਂ ਹੁੰਦੀਆਂ? ਇੱਕੋ ਦਮ ਭੂਚਾਲ ਆ ਜੇ, ਇੱਕੋ ਦਮ ਕੋਈ ਵੋਲਕੈਨੋ ਆ ਜੇ, ਠੀਕ ਹੈ। ਉਹ ਕਿਉਂ ਹੁੰਦਾ ਹੈ ਕਿ ਧਰਤੀ ਦੇ ਥਲ ਦੇ ਨਿਗਰਨ ਜਾਂ ਉਭਰਨ ਕਰਕੇ। ਮਤਲਬ ਧਰਤੀ ਜਾਂ ਤਾਂ ਇੱਕੋ ਦਮ ਥੱਲੇ ਨੂੰ ਖਿਸਕ ਜਾਂਦੀ ਹੈ ਜਾਂ ਉੱਪਰ ਨੂੰ ਉੱਠ ਜਾਂਦੀ ਹੈ। ਉੱਪਰ ਕਦੋਂ ਉੱਠੂਗੀ? ਜਦੋਂ ਕੀ ਹੋਊਗਾ? ਵੋਲਕੈਨੋ ਆਊਗਾ, ਉਦੋਂ ਹੋਊਗੀ ਧਰਤੀ ਉੱਪਰ ਨੂੰ ਉੱਠੂਗੀ। ਤੇ ਨਿਗਰੂਗੀ ਕਦੋਂ? ਜਦੋਂ ਕੋਈ ਲੈਂਡ ਸਲਾਈਡਿੰਗ ਹੋ ਜਾਂਦੀ ਹੈ, ਧਰਤੀ ਖਿਸਕ ਜੂਗੀ। ਜਦੋਂ ਧਰਤੀ ਆਪ ਵੀ ਪਹਿਲਾਂ ਹਵਾਈ ਸਥਿਤੀ ਤੋਂ ਬਦਲ ਕੇ ਪਿਘਲੇ ਰੂਪ ਵਿੱਚ ਆਈ, ਫਿਰ ਹੌਲੀ ਹੌਲੀ ਠੰਡੀ ਹੋ ਕੇ ਠੋਸ ਰੂਪ ਵਿੱਚ ਆਈ। ਇਹ ਪਰਿਵਰਤਨ ਬਹੁਤ ਹੌਲੀ ਹੌਲੀ ਹੋਇਆ। ਹਵਾਈ ਤੱਥਾਂ ਨੇ ਵਾਯੂਮੰਡਲ, ਪਾਣੀ ਦੇ ਤੱਥਾਂ ਨੇ ਸਮੁੰਦਰ ਅਤੇ ਠੋਸ ਤੱਥਾਂ ਨੇ ਥਲ ਮੰਡਲ ਦਾ ਰੂਪ ਧਾਰਨ ਕੀਤਾ। ਇਹ ਮੈਂ ਤੁਹਾਨੂੰ ਹੁਣੇ ਸਮਝਾਇਆ ਕਿ ਵਾਯੂਮੰਡਲ ਵਿੱਚ ਹਵਾ ਹੋਊਗੀ, ਜਲ ਮੰਡਲ ਵਿੱਚ ਪਾਣੀ ਹੋਊਗਾ ਤੇ ਠੋਸ ਦੇ ਵਿੱਚ ਥਲ ਦੇ ਵਿੱਚ ਧਰਤੀ ਨੂੰ ਪਾਇਆ ਜਾਂਦਾ ਹੈ। ਮਨੁੱਖ ਨੇ ਆਪ ਵੀ ਖੇਤੀ ਕਰਨ ਲਈ ਜੰਗਲ ਕੱਟ ਕੇ ਅਤੇ ਰਹਿਣ ਲਈ ਸ਼ਹਿਰ ਬਣਾ ਕੇ ਧਰਤੀ ਦੀ ਸਤਹ ਉੱਤੇ ਵੱਡੇ ਤੌਰ ਤੇ ਪਰਿਵਰਤਨ ਲਿਆਂਦਾ ਹੈ। ਦਰਿਆਵਾਂ ਉੱਤੇ ਬੰਨ੍ਹ ਬਣਾ ਕੇ ਅਸੀਂ ਪਾਣੀ ਨੂੰ ਕੀ ਕਰਦੇ ਹਾਂ? ਇੱਕ ਥਾਂ ਤੇ ਇਕੱਠਾ ਕਰ ਲੈਂਦੇ ਹਾਂ। ਉਹਨੂੰ ਇੱਕੋ ਦਮ ਜਦੋਂ ਅਸੀਂ ਦੇਵਾਂਗੇ ਤਾਂ ਬੰਦ ਬਣਾ ਲਵਾਂਗੇ, ਉਹਦੇ ਨਾਲ ਅਸੀਂ ਲਾਈਟ ਵੀ ਬਣਾ ਸਕਦੇ ਹਾਂ। ਦੂਜੀ ਗੱਲ, ਜੇ ਅਸੀਂ ਪਾਣੀ ਇਕੱਠਾ ਕਰਾਂਗੇ ਤਾਂ ਅਸੀਂ ਉਹਨੂੰ ਸਿੰਚਾਈ ਦੇ ਵਿੱਚ ਵੀ ਵਰਤ ਸਕਦੇ ਹਾਂ। ਸਿੰਚਾਈ ਲਈ ਵਰਤਾਂਗੇ ਤਾਂ ਹਰਿਆਵਲ ਆਵੇਗੀ। ਹਰਿਆਵਲ ਤੋਂ ਭਾਵ ਹੈ ਕਿ ਆਪਣੇ ਖੇਤ ਹਰੇ ਭਰੇ ਹੋਣਗੇ, ਖਾਣ ਪੀਣ ਲਈ ਜ਼ਿਆਦਾ ਆਪਾਂ ਨੂੰ ਫੂਡ ਪ੍ਰਾਪਤ ਹੋਊਗਾ, ਆਪਣੀ ਕੰਡੀਸ਼ਨਸ, ਆਪਣੀ ਸਥਿਤੀਆਂ ਪਰਿਸਥਿਤੀਆਂ ਬਹੁਤ ਵਧੀਆ ਹੋ ਜਾਣਗੀਆਂ। ਅੱਗੇ ਲਾਈਨ ਹੈ, ਚੌਥੀ ਲਾਈਨ ਦੇਖੋ, ਜਿਸ ਕਰਕੇ ਉੱਥੋਂ ਦੀ ਪਰਿਸਥਿਤੀ ਹੁਣ ਬਿਲਕੁਲ ਹੀ ਬਦਲ ਗਈ ਹੈ। ਭਾਰਤ ਵਿੱਚ ਥਾਰ ਮਾਰੂਥਲ ਦੇ ਕਈ ਭਾਗ ਬਹੁਤ ਹੱਦ ਤੱਕ ਹੁਣ ਖੁਸ਼ਕ ਅਤੇ ਬੰਜਰ ਖੇਤਰ ਨਹੀਂ ਰਹੇ। ਅਜਿਹੇ ਸੰਸਾਰ ਦੇ ਹੋਰ ਭਾਗਾਂ ਜਿਵੇਂ ਕਿ ਸਿੰਧ ਘਾਟੀ, ਨੀਲ ਘਾਟੀ, ਹਵਾਂਗ ਹੋ ਘਾਟੀ ਵਿੱਚ ਵੀ ਹੋਇਆ ਹੈ। ਖਣਿਜ ਅਤੇ ਉਦਯੋਗਿਕ ਖੇਤਰਾਂ ਦਾ ਵਿਕਾਸ ਕਰਦਿਆਂ ਹੋਇਆਂ ਵੀ ਮਨੁੱਖ ਨੇ ਧਰਤੀ ਉੱਤੇ ਵਧੇਰੇ ਪਰਿਵਰਤਨ ਲਿਆਂਦੇ ਹਨ। ਇਸ ਕਰਕੇ ਕੁਦਰਤੀ ਅਤੇ ਮਨੁੱਖੀ ਤੱਥਾਂ ਵਿਚਕਾਰ ਘਣਾ ਸੰਬੰਧ ਹੈ। ਵਰਤਮਾਨ ਸੱਭਿਅਤਾ ਕੁਦਰਤੀ ਅਤੇ ਮਨੁੱਖੀ ਤੱਥਾਂ ਵਿਚਕਾਰ ਲੜੀਵਾਰ ਅਤੇ ਲਗਾਤਾਰ ਤਾਲਮੇਲ ਦਾ ਸਿੱਟਾ ਹੈ। ਇਸ ਲਾਈਨ ਤੋਂ ਮਤਲਬ ਇਹ ਹੈ ਕਿ ਕੁਦਰਤ ਅਤੇ ਮਨੁੱਖ ਦੇ ਵਿੱਚ ਬਹੁਤ ਗਹਿਰਾ ਸੰਬੰਧ ਹੈ। ਜੇ ਮਨੁੱਖ ਕੁਦਰਤ ਨੂੰ ਵਧੀਆ ਤਰ੍ਹਾਂ ਰੱਖੂਗਾ ਤਾਂ ਹੀ ਉਹ ਵਧੀਆ ਆਪਣੀ ਜੀਵਨ ਨੂੰ ਬਤੀਤ ਕਰ ਸਕਦਾ ਹੈ। ਜੇ ਉਸ ਨੂੰ ਖਰਾਬ ਕਰੂਗਾ ਤਾਂ ਉਹ ਖਰਾਬ ਵੀ ਹੋ ਜਾਂਦਾ ਹੈ। ਵਾਤਾਵਰਣ ਦੇ ਅੰਸ਼ ਕੀ ਹੈ? ਧਰਤੀ ਦੇ ਸਮੁੱਚੇ ਵਾਤਾਵਰਣ ਦੀ ਰਚਨਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਧਰਤੀ ਦੇ 4 ਮੰਡਲਾਂ ਵਾਯੂਮੰਡਲ, ਥਲ ਮੰਡਲ, ਜਲ ਮੰਡਲ ਤੇ ਜੀਵ ਮੰਡਲ ਬਾਰੇ ਵਧੇਰੇ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਇਹਨਾਂ ਬਾਰੇ ਵਿਸਥਾਰ ਨਾਲ ਅਸੀਂ ਪੁਸਤਕ ਦੇ ਅਗਲੇ ਪਾਠਾਂ ਵਿੱਚ ਪੜ੍ਹਾਂਗੇ ਕਿ ਕੀ ਚੀਜ਼ ਹੋਵੇਗੀ। ਆ ਦੇਖੋ, ਹੁਣ ਤੁਹਾਡੇ ਸਾਹਮਣੇ ਇੱਕ ਚਿੱਤਰ ਦਿਖਾਈ ਦਿੱਤਾ ਹੈ ਜਿਹਦੇ ਵਿੱਚ ਦੱਸਿਆ ਹੈ ਥਲ ਮੰਡਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ 4 ਮੰਡਲ ਹੈ, ਥਲ ਮੰਡਲ, ਵਾਯੂਮੰਡਲ, ਜੈਵ ਮੰਡਲ ਤੇ ਜਲ ਮੰਡਲ। ਥਲ ਮੰਡਲ ਦੇ ਵਿੱਚ ਧਰਤੀ ਦਾ ਹਿੱਸਾ ਹੁੰਦਾ ਹੈ, ਵਾਯੂਮੰਡਲ ਵਿੱਚ ਹਵਾ ਹੁੰਦੀ ਹੈ ਤੇ ਜਲ ਮੰਡਲ ਵਿੱਚ ਪਾਣੀ, ਤੇ ਜੈਵ ਮੰਡਲ ਕੀ ਹੈ? ਜਿਹਦੇ ਵਿੱਚ ਤਿੰਨੋਂ ਚੀਜ਼ਾਂ ਪਾਈਆਂ ਜਾਣਗੀਆਂ, ਜਿਹਨੂੰ ਆਪਾਂ ਬਾਇਓਸਫੀਅਰ ਵੀ ਬੋਲਦੇ ਹਾਂ। ਠੀਕ ਹੈ, ਇਹ ਹੈ ਜੈਵ ਮੰਡਲ। ਅੱਗੇ ਆਪਾਂ ਪੜ੍ਹਾਂਗੇ ਹੁਣ ਵਾਯੂਮੰਡਲ ਬਾਰੇ, ਜੋ ਮੈਂ ਤੁਹਾਨੂੰ ਅੱਜ ਤੁਹਾਡੇ ਕੰਮ ਦੇ ਵਿੱਚ ਭੇਜਿਆ ਵੀ ਹੈ। ਵਾਯੂਮੰਡਲ ਤੇ ਥਲ ਮੰਡਲ ਭੇਜਿਆ ਹੈ। ਵਾਯੂਮੰਡਲ 'ਚ ਕੀ ਭੇਜਿਆ ਤੁਹਾਨੂੰ ਦੇਖੋ, ਧਰਤੀ ਹਵਾ ਦੇ ਗਲਾਫ ਨਾਲ ਘਿਰੀ ਹੋਈ ਹੈ। ਮਤਲਬ ਆਪਾਂ ਨੇ ਆਪਣੀ ਧਰਤੀ ਨੂੰ ਇੱਕ ਗਲਾਫ ਦੀ ਸ਼ੇਪ ਦੇ ਵਿੱਚ, ਗਲਾਫ ਹੈ ਜਿਹਨੂੰ ਐਟਮੋਸਫੀਅਰ ਕਹਿੰਦੇ, ਜਿਹਨੂੰ ਵਾਯੂਮੰਡਲ ਕਹਿੰਦੇ ਹੈ। ਉਹ ਜਿਹੜਾ ਐਟਮੋਸਫੀਅਰ ਹੈ ਜਾਂ ਵਾਯੂਮੰਡਲ ਹੈ, ਸਾਨੂੰ ਸੂਰਜ ਦੀਆਂ
ਹਾਰਮਫੁਲ ਨੂੰ ਪੰਜਾਬੀ 'ਚ ਕੀ ਬੋਲਾਂਗੇ ਕਿ ਬਹੁਤ ਜਿਹੜੀਆਂ ਖਰਾਬ ਕਰਦੀਆਂ ਸਾਡੀ ਸਕਿਨ ਨੂੰ ਜਾਂ ਬਹੁਤ ਸਾਰੀਆਂ ਬਿਮਾਰੀਆਂ ਫੈਲਾਉਂਦੀਆਂ ਉਸ ਨੂੰ ਸਾਡੇ ਤੋਂ ਬਚਾਉਂਦੀਆਂ ਹਨ। ਇਹ ਹਵਾਈ ਗਲਾਫ ਦਾ ਨਾਮ ਕੀ ਹੈ? ਵਾਯੂਮੰਡਲ। ਸੂਰਜ ਪਰਿਵਾਰ ਦੇ ਹੋਰ ਗ੍ਰਹਿਆਂ ਕੇਵਲ ਬੁੱਧ ਗ੍ਰਹਿ ਅਤੇ ਉਪਗ੍ਰਹਿਾਂ ਨੂੰ ਛੱਡ ਕੇ ਦੇ ਦੁਆਲੇ ਵੀ ਵਾਯੂਮੰਡਲ ਹੈ। ਭਾਵੇਂ ਧਰਤੀ ਦੇ ਦੁਆਲੇ ਇੱਕ ਹਵਾ ਦਾ ਗਲਾਫ ਲਗਭਗ 1600 ਕਿਲੋਮੀਟਰ ਤੱਕ ਹੈ, ਪਰ 99% ਹਵਾ 32 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੈ। ਧਰਤੀ ਦੀ ਸਤਹ ਉੱਤੇ ਇਹ ਹਵਾ ਦਾ ਗਲਾਫ ਜ਼ਮੀਨ ਅਤੇ ਪਾਣੀ ਨਾਲ ਮਿਲ ਕੇ ਜੀਵ ਜਗਤ ਤੇ ਪੇੜ ਪੌਦਿਆਂ ਦੀ ਉਤਪੱਤੀ ਅਤੇ ਪਾਲਣ ਪੋਸ਼ਣ ਦਾ ਕਾਰਜ ਕਰਦਾ ਹੈ। ਇਹਦਾ ਮਤਲਬ ਕੀ ਹੈ ਕਿ ਹਵਾ ਰਲ ਕੇ ਧਰਤੀ ਜਦੋਂ ਹੋਊਗੀ, ਧਰਤੀ ਦੇ ਜ਼ਮੀਨ ਹੋਊਗੀ ਅਤੇ ਮਿੱਟੀ ਹੋਊਗੀ, ਹਵਾ ਹੋਊਗੀ, ਸੂਰਜ ਦੀ ਰੋਸ਼ਨੀ ਆਊਗੀ, ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੇੜ ਪੌਦੇ ਬਣ ਸਕਦੇ ਹੈ। ਇਕੱਲੀ ਹਵਾ ਪੇੜ ਪੌਦੇ ਨਹੀਂ ਬਣਾ ਸਕਦੀ, ਮਤਲਬ ਪੌਦੇ ਨਹੀਂ ਉੱਗਦੇ। ਸਾਰੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਪੇੜ ਪੌਦਿਆਂ ਦੇ ਉੱਗਣ ਦੇ ਲਈ। ਉਹ ਤੋਂ ਬਾਅਦ ਆਪਾਂ ਨੂੰ ਦੱਸਦੇ ਹੈ ਵਾਯੂਮੰਡਲ ਦੇ ਅੰਸ਼ਾਂ ਵਿੱਚ ਤਾਪਮਾਨ। ਹੁਣ ਵਾਯੂਮੰਡਲ 'ਚ ਕੀ ਕੁਛ ਹੁੰਦਾ ਹੈ? ਤਾਪਮਾਨ, ਨਮੀ, ਵਾਯੂ ਦਾਬ। ਹੁਣ ਮੈਂ ਤੁਹਾਨੂੰ ਇਹ ਤਿੰਨ ਸਮਝਾਉਂਗੀ ਕੀ ਚੀਜ਼ ਹੁੰਦੀ ਹੈ। ਤਾਪਮਾਨ ਕੀ ਹੁੰਦੀ ਹੈ? ਗਰਮੀ। ਜੇ ਤੁਸੀਂ ਯਾਦ ਰੱਖਣਾ ਤਾਪਮਾਨ ਕੀ ਹੈ, ਮੰਨ ਲਓ ਆਪਾਂ ਕਹਿੰਦੇ ਹਾਂ ਕਿ ਸਰਦੀਆਂ ਦੇ ਦਿਨ ਹੈ ਤਾਂ ਉਦੋਂ ਤਾਪਮਾਨ ਘੱਟ ਹੁੰਦਾ ਹੈ, ਗਰਮੀਆਂ ਦੇ ਦਿਨਾਂ ਵਿੱਚ ਤਾਪਮਾਨ ਵੱਧ ਹੁੰਦਾ ਹੈ। ਤਾਪਮਾਨ ਵੱਧ ਹੋਣ ਤੋਂ ਮਤਲਬ ਕੀ ਹੈ? ਗਰਮੀ ਦਾ ਜ਼ਿਆਦਾ ਹੋਣਾ। ਜਦੋਂ ਗਰਮੀ ਜ਼ਿਆਦਾ ਹੋਊਗੀ ਤਾਂ ਕੀ ਹੋਊਗਾ? ਉਸ ਐਟਮੋਸਫੀਅਰ ਦੇ ਵਿੱਚ ਨਮੀ ਆਊਗੀ। ਨਮੀ ਨਹੀਂ ਆਊਗੀ। ਨਮੀ ਹੁੰਦੀ ਹੈ ਗਿੱਲਾ ਗਿੱਲਾ ਹੋਣਾ, ਜਦੋਂ ਆਪਾਂ ਨੂੰ ਸਿੱਲ ਮਹਿਸੂਸ ਹੁੰਦੀ ਹੈ। ਸਿੱਲ ਕਦੋਂ ਮਹਿਸੂਸ ਹੁੰਦੀ ਹੈ? ਜਦੋਂ ਠੰਡ ਹੁੰਦੀ ਹੈ, ਗਿੱਜ ਗਿੱਜ ਹੁੰਦੀ ਹੈ। ਜਦੋਂ ਗਰਮੀ ਦੇ ਵਿੱਚ ਸਿੱਲ ਮਹਿਸੂਸ ਨਹੀਂ ਹੁੰਦੀ। ਗਰਮੀ ਦੇ ਵਿੱਚ ਹਵਾ ਬਹੁਤ ਹੌਲੀ ਹੁੰਦੀ ਹੈ। ਕਾਰਨ ਕੀ ਹੁੰਦਾ ਹੌਲੀ ਹੋਣ ਦਾ? ਗਰਮ ਹੋਣ ਕਰਕੇ ਉਹਦੇ ਵਿੱਚ ਕੋਈ ਨਮੀ ਨਹੀਂ ਰਹਿੰਦੀ ਅਤੇ ਉਹ ਹਲਕੀ ਹੋ ਜਾਂਦੀ ਹੈ। ਠੀਕ ਹੈ। ਉਦੋਂ ਬਾਅਦ ਹੈ ਵਾਯੂ ਦਾਬ। ਵਾਯੂ ਦਾਬ ਤੋਂ ਭਾਵ ਹੈ ਹਵਾ ਦਾ ਦਾਬ, ਹਵਾ ਦਾ ਪ੍ਰੈਸ਼ਰ। ਹਵਾ ਦਾ ਦਾਬ ਓਨਾ ਜ਼ਿਆਦਾ ਹੋਊਗਾ ਜਿੰਨੀ ਜ਼ਿਆਦਾ ਠੰਡ ਹੋਊਗੀ, ਕਿਉਂਕਿ ਉਹਦੇ ਵਿੱਚ ਨਮੀ ਹੋਊਗੀ, ਪਾਣੀ ਹੋਊਗਾ, ਓਨਾ ਹੀ ਹਵਾ ਦਾ ਦਾਬ ਜ਼ਿਆਦਾ ਹੋਊਗਾ। ਇਹਦੇ ਵਿੱਚ ਦੋ ਚੀਜ਼ਾਂ ਹੈ, ਤਾਪਮਾਨ ਜੇ ਜ਼ਿਆਦਾ ਹੈ ਵਾਯੂ ਦਾਬ ਘੱਟ ਹੁੰਦਾ ਹੈ, ਤਾਪਮਾਨ ਜੇ ਘੱਟ ਹੈ ਤਾਂ ਵਾਯੂ ਦਾਬ ਜ਼ਿਆਦਾ ਹੁੰਦਾ ਹੈ। ਇਸ ਚੀਜ਼ ਨੂੰ ਯਾਦ ਰੱਖਣਾ ਹੈ, ਉਲਟ ਹੁੰਦੇ ਇੱਕ ਦੂਜੇ ਤੋਂ। ਵਾਤਾਵਰਣ ਦੇ ਅੰਸ਼ਾਂ ਵਿੱਚ ਵਾਯੂਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ। ਅਗਲਾ ਹੈ ਥਲ ਮੰਡਲ। ਥਲ ਮੰਡਲ ਬਹੁਤ ਇੰਪੋਰਟੈਂਟ ਹੈ। ਤਿੰਨ ਚੀਜ਼ਾਂ ਆਉਣਗੀਆਂ ਇਹਦੇ ਵਿੱਚ ਆਪਾਂ ਕਰਾਂਗੇ ਅਤੇ ਇੱਕ ਨੰਬਰ 'ਚੋਂ ਜ਼ਰੂਰ ਆਉਂਦੀਆਂ। ਪਹਿਲੀ ਲਾਈਨ ਹੀ ਜ਼ਰੂਰ ਆਉਂਦੀ ਹੈ ਜਿਹਦੇ ਵਿੱਚ ਕਿਹਾ ਕਿ ਕਿੰਨੇ % ਹਿੱਸਾ ਹੈ ਜਿਹੜਾ ਕਿ ਪਾਣੀ ਹੈ ਅਤੇ ਕਿੰਨੇ % ਹਿੱਸਾ ਧਰਤੀ ਹੈ। 71% ਹਿੱਸਾ ਪਾਣੀ ਹੈ, 29% ਹਿੱਸਾ ਸਾਡੀ ਜ਼ਮੀਨ ਹੈ। ਧਰਤੀ ਦਾ 2/3 ਜ਼ਮੀਨੀ ਭਾਗ ਉੱਤਰੀ ਗੋਲਾਰਧ ਵਿੱਚ ਹੈ। ਗੋਲਾ ਅਰਧ ਮਤਲਬ ਇਹ ਹੈ ਗੋਲ ਹੈ ਧਰਤੀ, ਆਪਾਂ ਮੰਨਦੇ ਹਾਂ ਚਪਟਾ ਗੋਲ ਹੁੰਦੀ ਹੈ ਵੈਸੇ, ਅਤੇ ਅਰਧ ਅੱਧ ਹਿੱਸੇ ਨੂੰ ਕਹਿੰਦੇ ਆ। ਧਰਤੀ ਦੇ ਬਾਹਰਲੇ ਠੋਸ ਚਾਪੜ ਦੀ ਮੋਟਾਈ 80 ਤੋਂ 100 ਕਿਲੋਮੀਟਰ ਹੈ। ਇਹ ਮੋਟਾਈ ਹਰ ਜਗ੍ਹਾ ਇੱਕੋ ਜਿਹੀ ਨਹੀਂ ਹੁੰਦੀ। ਇਹ ਮੋਟਾਈ ਜ਼ਮੀਨੀ ਭਾਗਾਂ ਵਿੱਚ ਵੱਧ ਹੁੰਦੀ ਹੈ, ਸਮੁੰਦਰੀ ਭਾਗ ਵਿੱਚ ਘੱਟ ਹੋਵੇਗੀ। ਧਰਤੀ ਦੀ ਪਰਤ ਕਈ ਪ੍ਰਕਾਰ ਦੀਆਂ ਚੱਟਾਨਾਂ ਨਾਲ ਬਣੀ ਹੋਈ ਹੈ। ਜਿਵੇਂ ਆਪਾਂ ਇਹ ਵੀ ਪੜ੍ਹਾਂਗੇ ਕਿ ਕਿੰਨੇ ਤਰ੍ਹਾਂ ਦੀ ਚੱਟਾਨਾਂ ਹੁੰਦੀਆਂ, ਉਹ ਨੈਕਸਟ ਚੈਪਟਰ 'ਚ ਪੜ੍ਹਾਂਗੇ। ਧਰਤੀ ਦੇ ਚਾਪੜ ਤੋਂ ਧੁਰ ਅੰਦਰੂਨੀ ਭਾਗਾਂ ਤੱਕ ਧਰਤੀ ਨੂੰ 3 ਭਾਗਾਂ ਵਿੱਚ ਵੰਡਦਾ ਹੈ। ਇਹ ਕੁਐਸਚਨ ਇੰਪੋਰਟੈਂਟ ਹੈ, ਇਹਨੂੰ ਅੰਡਰਲਾਈਨ ਕਰ ਲਓ। ਧਰਤੀ ਦੇ 3 ਖੋਲ ਹਨ, ਧਰਤੀ ਦਾ ਚਾਪੜ, ਮੈਂਟਲ ਅਤੇ ਕੇਂਦਰੀ ਭਾਗ। ਇਹ ਤੁਹਾਨੂੰ ਕੁਐਸਚਨ ਆਊਗਾ। ਅਗਲਾ ਵੀ ਪੈਰਾ ਇੰਪੋਰਟੈਂਟ ਹੈ, ਇਹਦੇ 'ਚੋਂ 1-2 ਕੁਐਸਚਨ ਜ਼ਰੂਰ ਆਉਂਦੇ ਹੈ ਅਤੇ ਬਹੁਤ ਧਿਆਨ ਨਾਲ ਸਮਝਣਾ ਹੈ। ਸਭ ਤੋਂ ਉੱਪਰਲੀ ਪਰਤ ਨੂੰ ਸਿਆਲ ਆਖਦੇ ਹਨ। ਸਿਆਲ SIAL, SI ਦਾ ਮਤਲਬ ਸਿਲੀਕੌਨ, AL ਦਾ ਮਤਲਬ ਐਲਮੀਨੀਅਮ। ਤੁਹਾਨੂੰ ਇਹ ਬਲੈਂਕਸ ਦੇ ਵਿੱਚ ਵੀ ਤੁਸੀਂ ਕੀਤਾ ਹੋ ਸੀ, ਮੈਂ ਤੁਹਾਨੂੰ ਕਰਾਇਆ ਸੀ ਕਿ ਸਿਆਲ ਕਿਹੜੇ ਤੱਤਾਂ ਦਾ ਬਣਿਆ? ਸਿਲੀਕੌਨ ਤੇ ਐਲਮੀਨੀਅਮ ਦਾ ਬਣਿਆ। ਉਦੋਂ ਬਾਅਦ ਤੀਜੀ ਲਾਈਨ 'ਚ ਦੇਖੋ ਵਿਚਕਾਰਲਾ ਭਾਗ ਕੀ ਹੈ? ਸੀਮਾ। ਇਹਨੂੰ ਯਾਦ ਰੱਖਣਾ ਹੈ, ਉੱਪਰਲੀ ਪਰਤ ਨੂੰ ਸਿਆਲ ਕਹਿੰਦੇ ਹੈ, ਉਦੋਂ ਅਗਲੀ ਨੂੰ ਸੀਮਾ ਕਹਿੰਦੇ ਹੈ ਅਤੇ ਸਭ ਤੋਂ ਥੱਲੜੀ ਨੂੰ ਨਾਈਫ ਕਹਿੰਦੇ ਹੈ। ਸੀਮਾ ਦੇ ਵਿੱਚ SI ਕੀ ਹੈ? ਸਿਲੀਕੌਨ ਹੈ ਅਤੇ MA ਕੀ ਹੈ? ਮੈਗਨੀਸ਼ੀਅਮ ਹੈ। ਫਿਰ ਸਭ ਤੋਂ ਅੰਦਰੂਨੀ, ਸਭ ਤੋਂ ਮਤਲਬ ਥੱਲੜੀ, ਜਿਹਨੂੰ ਨਾਈਫ ਕਹਿੰਦੇ ਆ। ਨਾਈਫ NI ਤੋਂ ਨਿਕਲ ਹੈ, FE ਲੋਹਾ ਹੈ। ਲੋਹਾ ਇਸ ਕਰਕੇ ਹੈ, LO ਤੁਸੀਂ ਕਹੋਗੇ ਲੋਹੇ ਨੂੰ LO ਕਿਉਂ ਨਹੀਂ ਲਿਖਿਆ? ਕਿਉਂਕਿ ਇਹਦੀ ਜਿਹੜੀ ਫਿਜ਼ੀਕਲ ਕਨਫੀਗਰੇਸ਼ਨ ਹੁੰਦੀ ਹੈ, ਜਿਹੜੀ ਆਪਾਂ ਸਾਇੰਸ 'ਚ ਵੀ ਪੜ੍ਹਦੇ ਹਾਂ, ਲੋਹੇ ਨੂੰ ਫੈਰਸ ਕਿਹਾ ਜਾਂਦਾ ਹੈ, ਤਾਂ ਕਰਕੇ FE ਲਿਖਿਆ ਹੋਇਆ। ਅੱਗੇ ਬੇਟੇ ਹੈ 3rd ਪੁਆਇੰਟ ਜਲ ਮੰਡਲ। ਧਰਤੀ ਦੇ ਪਾਣੀ ਨਾਲ ਢਕੇ ਭਾਗਾਂ ਨੂੰ ਜਲ ਮੰਡਲ ਆਖਦੇ ਹਨ। ਜਲ ਮੰਡਲ ਦੇ ਵੱਡੇ ਅਤੇ ਛੋਟੇ ਸਮੁੰਦਰਾਂ, ਖਾੜੀਆਂ, ਸਾਗਰਾਂ, ਝੀਲਾਂ ਆਦਿ ਦੀ ਸ਼ਕਲ ਵਿੱਚ ਵੱਡਾ ਖੇਤਰ ਘੇਰਿਆ ਹੋਇਆ ਹੈ। ਧਰਤੀ ਨੂੰ ਪਾਣੀ ਗ੍ਰਹਿ ਵੀ ਆਖਦੇ ਹਨ ਕਿਉਂਕਿ ਧਰਤੀ ਦੀ ਸਤਹ ਦਾ 71% ਹਿੱਸਾ ਭਾਗ ਪਾਣੀ ਦੇ ਨਾਲ ਮਲਿਆ ਹੋਇਆ ਹੈ, ਮਤਲਬ ਪਾਣੀ ਨਾਲ ਭਰਪੂਰ ਹੈ। ਧਰਤੀ ਉੱਤੇ 5 ਮਹਾਸਾਗਰ ਹਨ।
ਅਨੇਕ ਅਨੇਕਾਂ ਸਮੁੰਦਰ, ਦਰਿਆ, ਝੀਲਾਂ ਆਦਿ ਕਈ ਜਲ ਪਿੰਡ ਹਨ। ਧਰਤੀ ਦੇ ਪਾਣੀ ਖੇਤਰ ਅਨੇਕਾਂ ਸ਼ਕਤੀਆਂ ਦੁਆਰਾ ਬਣਾਏ ਡੂੰਘੇ ਖੇਤਰ ਹਨ। ਜਿਵੇਂ ਧਰਤੀ ਦਾ ਧਰਾਤਲ ਸਮੁੰਦਰ ਤਲ ਤੋਂ ਉੱਚਾ ਹੁੰਦਾ ਜਾਂਦਾ ਹੈ, ਉਸੇ ਤਰ੍ਹਾਂ ਸਮੁੰਦਰ ਆਪਣੇ ਕੰਢਿਆਂ ਤੋਂ ਆਪਣੇ ਅੰਦਰੂਨੀ ਭਾਗਾਂ ਵੱਲ ਨੂੰ ਡੂੰਘੇ ਹੁੰਦੇ ਚਲੇ ਜਾਂਦੇ ਹਨ। ਸਮੁੰਦਰ ਦਾ ਸਭ ਤੋਂ ਵੱਧ ਪ੍ਰਭਾਵ ਧਰਤੀ ਉੱਤੇ ਜਲਵਾਯੂ ਪੱਖੋਂ ਹੈ। ਇਹ ਪਾਣੀ ਦਾ ਸੋਮਾ ਹਨ, ਜਿਹੜਾ ਗਰਮ ਹੋਣ ਮਗਰੋਂ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ। ਆਪਾਂ ਦੇਖਿਆ ਨਾ ਕਿ ਜਦੋਂ ਪਾਣੀ ਗਰਮ ਹੁੰਦਾ, ਵਾਸ਼ਪੀਕਰਨ ਹੁੰਦਾ, ਉੱਪਰ ਚਲਾ ਜਾਂਦਾ ਹੈ, ਫਿਰ ਜਦੋਂ ਉੱਪਰ ਲੇਅਰਸ 'ਚ ਜਾਊਗਾ ਤਾਂ ਉੱਥੇ ਜਾ ਕੇ ਭਾਫ ਇੰਨੀ ਠੰਡੀ ਠੰਡੀ ਹੁੰਦੀ ਜਾਊਗੀ, ਕੰਡੈਂਸ ਹੋ ਜੂਗੀ ਕਿ ਵਾਸ਼ਪੀਕਰਨ ਉਹਦਾ ਕੀ ਹੋਊਗਾ, ਮੀਂਹ ਦੇ ਰੂਪ ਵਿੱਚ ਉਹ ਆਪਣੇ ਕੋਲ ਥੱਲੇ ਆਊਗੀ। ਅੱਗੇ ਆਪਾਂ ਨੂੰ ਦੱਸਿਆ ਹੋਇਆ ਹੈ ਜੋ ਹਵਾਵਾਂ ਦੇ ਨਾਲ ਵਰਖਾ ਕਰਦੇ ਹਨ। ਇੱਥੋਂ ਤੱਕ ਕਿ ਸਮੁੰਦਰਾਂ ਤੋਂ ਚੱਲਣ ਵਾਲੀਆਂ ਹਵਾਵਾਂ ਜਲ ਸਮੀਰ ਨੂੰ ਹਵਾ ਨੂੰ ਹੀ ਕਿਹਾ ਜਾਂਦਾ ਹੈ, ਅਤੇ ਥਲ ਸਮੀਰ ਜਲਵਾਯੂ ਨੂੰ ਸੰਜਮੀ ਬਣਾ ਦਿੰਦੀਆਂ ਹਨ। ਸਮੁੰਦਰੀ ਧਾਰਾਵਾਂ ਅਤੇ ਜਵਾਰ ਭਾਟਾਂ ਨਾਲ ਲੱਗਦੇ ਖੇਤਰਾਂ 'ਤੇ ਬਹੁਤ ਪ੍ਰਭਾਵ ਪਾਉਂਦੇ ਹਨ। ਇਹਨਾਂ ਦਾ ਵਪਾਰ ਤੇ ਜਹਾਜ਼ਰਾਨੀ 'ਤੇ ਬਹੁਤ ਪ੍ਰਭਾਵ। ਜਹਾਜ਼ਰਾਨੀ ਮਤਲਬ ਕੀ ਹੈ ਕਿ ਜਦੋਂ ਹਵਾ ਇੱਕ ਪਾਸੇ ਨੂੰ ਚੱਲਦੀ ਹੈ ਉਦੋਂ ਪਾਣੀ ਨੂੰ ਬਹੁਤ ਹੈਲਪ ਹੁੰਦੀ ਹੈ। ਜਿਹੜੀਆਂ ਉੱਥੇ ਪਨਬੁੱਟੀਆਂ ਹੋਣਗੀਆਂ, ਬੋਟਸ ਹੋਣਗੀਆਂ, ਸ਼ਿਪ ਹੋਣਗੀਆਂ, ਉਹ ਆਪਦੀ ਡਾਇਰੈਕਸ਼ਨ 'ਚ ਸੌਖਾ ਚੱਲ ਪੈਂਦੀਆਂ। ਮੰਨ ਲਓ ਜੇ ਲੈਫਟ ਸਾਈਡ ਨੂੰ ਖੱਬੇ ਪਾਸੇ ਪਾਣੀ ਜਾ ਰਿਹਾ ਹੈ ਅਤੇ ਜੇ ਬੋਟ ਵੀ ਖੱਬੇ ਪਾਸੇ ਨੂੰ ਜਾਵੇ ਤਾਂ ਉਹਦਾ ਜ਼ੋਰ ਘੱਟ ਲੱਗੂਗਾ, ਅਤੇ ਜੇ ਉਲਟ ਪਾਸੇ ਜਾਵੇ ਜ਼ੋਰ ਵੀ ਵੱਧ ਲੱਗੂਗਾ ਅਤੇ ਉਹਦਾ ਫਿਊਲ ਵੀ ਵੱਧ ਲੱਗੂਗਾ। ਇਸ ਕਰਕੇ ਇਹ ਹਵਾ ਹੈ ਜੋ ਪਾਣੀ ਨੂੰ ਆਪਣੇ ਨਾਲ ਸੌਖਾ ਤੈਰਵਾਉਂਦੀਆਂ ਹਨ, ਅਤੇ ਬੋਟਸ ਵੀ ਉਹਦੇ ਨਾਲ ਬਹੁਤ ਚੰਗੀ ਤਰ੍ਹਾਂ ਤੈਰਦੀਆਂ ਹਨ। ਕੁਐਸਚਨ ਵੀ ਆਊਗਾ ਤੁਹਾਨੂੰ, ਕਿਵੇਂ ਸਮੁੰਦਰੀ ਲਹਿਰਾਂ ਅਤੇ ਹਵਾਵਾਂ ਹੈ ਜਿਹੜੀਆਂ ਬੋਟਸ ਨੂੰ ਹੈਲਪ ਕਰਦੀਆਂ, ਸਮੁੰਦਰੀ ਜਹਾਜ਼ਾਂ ਨੂੰ ਮਦਦ ਕਰਦੀਆਂ। ਅੱਗੇ ਹੈ ਜੀਵ ਮੰਡਲ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਵਾਯੂਮੰਡਲ, ਥਲ ਮੰਡਲ, ਜਲ ਮੰਡਲ, ਤਿੰਨੇ ਜਿੱਥੇ ਹੋਣਗੇ ਉਹ ਹੈ ਜੀਵ ਮੰਡਲ। ਮਤਲਬ ਜਿੱਥੇ ਮਨੁੱਖ ਜਿਉਂਦਾ ਰਹਿ ਸਕਦਾ ਹੈ। ਮਨੁੱਖ ਸਿਰਫ ਇੱਕੋ ਇੱਕ ਮੰਡਲ ਹੈ ਜਿੱਥੇ ਜਿਉਂਦਾ ਰਹਿ ਸਕਦਾ, ਉਹਦਾ ਨਾਮ ਕੀ ਹੈ? ਜੀਵ ਮੰਡਲ। ਇਹ ਤੁਸੀਂ ਸਾਰਾ ਪੈਰਾ ਆਪੇ ਪੜ੍ਹੋਗੇ। ਉਪਰੋਕਤ ਤਿੰਨਾਂ ਮੰਡਲਾਂ ਤੋਂ ਇਲਾਵਾ ਧਰਤੀ ਦੀ ਸਤਹ ਉੱਤੇ ਇੱਕ ਅਜਿਹਾ ਸਭ ਤੋਂ ਮਹੱਤਵਪੂਰਨ ਮੰਡਲ ਹੈ ਜਿੱਥੋਂ ਕੁਦਰਤੀ ਤੱਤਾਂ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ। ਪ੍ਰਤੱਖ ਮਤਲਬ ਸਾਫ਼ ਦੇਖ ਸਕਦੇ ਹੋ ਤੁਸੀਂ। ਜੇ ਹਵਾ ਹੈ ਤਾਂ ਅਸੀਂ ਜਿਉਂਦੇ ਹਾਂ, ਜੇ ਹਵਾ ਨਹੀਂ ਹੋਊਗੀ ਕਿਵੇਂ ਜਿਉਵਾਂਗੇ? ਜੇ ਪਾਣੀ ਨਹੀਂ ਹੋਊਗਾ ਤਾਂ ਕਿਵੇਂ ਜਿਉਵਾਂਗੇ? ਜੇ ਧਰਤੀ ਨਹੀਂ ਹੋਊਗੀ, ਧਰਤੀ ਤੋਂ ਮਤਲਬ ਹੈ ਮਿੱਟੀ ਨਹੀਂ ਹੋਊਗੀ, ਉੱਥੇ ਉਪਜਾਊ ਸ਼ਕਤੀ ਨਹੀਂ ਹੋਊਗੀ, ਕੋਈ ਖੇਤ ਨਹੀਂ ਹੋਣਗੇ, ਤਾਂ ਅਸੀਂ ਖਾਵਾਂਗੇ ਕਿੱਥੋਂ? ਇਸ ਕਰਕੇ ਜੀਵ ਮੰਡਲ ਵੀ ਕਿਹਦੇ ਨਾਲ ਹੈ? ਉੱਪਰਲੇ ਤਿੰਨ ਮੰਡਲਾਂ ਦੇ ਨਾਲ ਹੈ। ਜੇ ਤਿੰਨ ਮੰਡਲ ਹੈ ਤਾਂ ਹੀ ਚੌਥਾ ਮੰਡਲ ਹੈ। ਅੱਗੇ ਹੈ ਮਨੁੱਖੀ ਵਾਤਾਵਰਣ। ਸੰਸਾਰ ਦਾ ਵਾਤਾਵਰਣ ਭੂ-ਦ੍ਰਿਸ਼ ਕੇਵਲ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਸਦਕਾ ਹੀ ਨਹੀਂ, ਤਕਨੀਕੀ ਵਿਕਾਸ ਅਤੇ ਮਨੁੱਖੀ ਸੋਚ ਦੇ ਕਾਰਨ ਵੀ ਹੈ। ਮੰਨ ਲਓ ਅਸੀਂ ਕਹੀਏ ਕੁਦਰਤ ਸਾਡੇ ਨਾਲ ਚੰਗੀ ਹੈ, ਅਸੀਂ ਰੁੱਖ ਲਗਾ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਕੋਈ ਖਰਾਬ ਨਹੀਂ ਕਰ ਰਹੇ, ਪਰ ਦੂਜੇ ਪਾਸੇ ਕੀ ਹੈ? ਤਕਨੀਕੀ ਵਿਕਾਸ ਤੇ ਸੋਚ ਹੈ ਕਿ ਅਸੀਂ ਇਹ ਸੋਚ ਲਈਏ ਕਿ ਅਸੀਂ ਆਪਣੇ ਘਰ ਵੀ ਬਣਾਉਣੇ ਹੈ, ਉਹਦੇ ਲਈ ਫਿਰ ਕੱਟਣ ਵੱਢਣ ਲੱਗ ਜਾਈਏ ਜਾਂ ਫਿਰ ਖਰਾਬ ਕਰਨ ਲੱਗ ਜਾਈਏ ਸੰਸਾਰ ਨੂੰ, ਤਾਂ ਉਹਦਾ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਇੱਥੇ ਆਪਾਂ ਨੂੰ ਪੋਜ਼ੀਟਿਵ ਸਾਈਡ ਦੱਸੀ ਹੈ ਕਿ ਮਨੁੱਖੀ ਵਾਤਾਵਰਣ ਉੱਤੇ ਮਨੁੱਖ ਦਾ ਬਹੁਤ ਡੂੰਘਾ ਅਸਰ ਪੈਂਦਾ ਹੈ। ਜਿਹੜਾ ਆਪਾਂ ਕੁਐਸਚਨ ਕੀਤਾ ਸੀ ਕਿ ਉਹ ਕੀ ਕਰਦਾ ਹੈ? ਕੇਵਲ ਸ਼ਿਕਾਰ ਹੀ ਨਹੀਂ ਕਰਦਾ, ਉਹਨਾਂ ਨੂੰ ਪਾਲਦਾ ਵੀ ਹੈ, ਖੇਤੀਬਾੜੀ ਵੀ ਕਰਦਾ ਹੈ, ਖਣਿਜ ਵੀ ਕੱਢਦਾ ਹੈ, ਅਤੇ ਵਪਾਰ ਵੀ ਕਰਦਾ ਹੈ, ਅਤੇ ਉੱਨਤੀ ਵੀ ਕਰਦਾ ਹੈ। ਮਨੁੱਖ ਦੇ ਭੂਮੱਧ ਰੇਖੀ ਖੇਤਰਾਂ ਦੇ ਜੰਗਲਾਂ ਨੂੰ ਸਾਫ਼ ਕਰਕੇ ਰਬੜ ਵਰਗੇ ਨਵੇਂ ਦਰੱਖਤ ਲਗਾਏ। ਆਵਾਜਾਈ ਦੇ ਢੋਆ-ਢੁਆਈ ਦੇ ਵਿਕਾਸ ਹੋਣ ਤੋਂ ਬਾਅਦ ਆਲੂ, ਮੱਕੀ, ਕਪਾਹ, ਗੰਨਾ, ਚਾਹ ਆਦਿ ਵਸਤਾਂ ਦੀਆਂ ਟੁਰੇਡੀਆਂ ਥਾਵਾਂ 'ਤੇ ਵੀ ਬੀਜਿਆ। ਟੁਰੇਡੀਆਂ ਮਤਲਬ ਦੂਰ ਥਾਵਾਂ 'ਤੇ ਵੀ ਬੀਜੀਆਂ ਜਾਣ ਲੱਗੀਆਂ ਹਨ। ਸੰਸਾਰ ਇੱਕ ਵਿਸ਼ਵ ਵਿਆਪੀ ਮੰਡੀ ਬਣ ਗਿਆ ਹੈ। ਇਸ ਲਾਈਨ ਨੂੰ ਟਿਕ ਕਰੋ। ਇਹਦਾ ਮਤਲਬ ਇਹ ਹੈ, ਵਿਸ਼ਵ ਵਿਆਪੀ ਤੋਂ ਮਤਲਬ ਹੈ ਕਿ ਇੰਨਾ ਜ਼ਿਆਦਾ ਤਕਨੀਕ ਨੇ ਵਿਕਾਸ ਕਰ ਲਿਆ ਹੈ ਕਿ ਮਨੁੱਖ ਹੁਣ ਆਪੇ ਹੀ ਆਪਣੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ। ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਦੂਜਿਆਂ ਦੀ ਲੋੜਾਂ ਪੂਰੀਆਂ ਕਰਨ ਲਈ ਵੀ ਆਪਣਾ ਜਿਹੜਾ ਸਮਾਨ ਹੈ ਉਹ ਮੰਡੀ ਤੱਕ ਪਹੁੰਚਾਉਂਦਾ ਹੈ, ਅਤੇ ਜਿਸ ਨਾਲ ਦੂਜਿਆਂ ਦੀ ਵੀ ਮਦਦ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਨੇ ਦੂਸਰੇ ਦੇਸ਼ਾਂ ਦੇ ਵਧੀਆ ਕਿਸਮ ਦੇ ਬੀਜ ਅਤੇ ਪਸ਼ੂ ਨਸਲਾਂ ਲਿਆ ਕੇ ਸੁਧਾਰ ਕੀਤਾ ਹੈ। ਮਨੁੱਖ ਨੇ ਪਹਾੜਾਂ ਵਿੱਚ ਵੀ ਸੁਰੰਗਾਂ ਕੱਢਤੀਆਂ ਹੈ, ਨਹਿਰਾਂ ਵਿੱਚ ਜਹਾਜ਼ਰਾਨੀ ਜਿਵੇਂ ਪਨਾਮਾ ਅਤੇ ਸੁਏਜ ਨਹਿਰਾਂ, ਲਾਈਨ ਟਿਕ ਕਰੋ,
ਦਰਿਆਵਾਂ ਦੇ ਬਹਾਵ ਨੂੰ ਮੋੜ ਕੇ ਉਸ ਨੂੰ ਸਿੰਚਾਈ ਲਈ ਵਰਤ ਕੇ, ਖਣਿਜ ਪਦਾਰਥਾਂ ਦਾ ਉਤਪਾਦਨ ਕਰਕੇ, ਉਦਯੋਗਿਕ ਕੇਂਦਰ ਬਣਾ ਕੇ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਇਆ ਹੈ। ਇਸ ਨੂੰ ਗਲੋਬਲ ਪਿੰਡ ਵੀ ਕਿਹਾ ਜਾਂਦਾ ਹੈ। ਇਹ 3 ਜਾਂ 4 ਨੰਬਰ 'ਚ ਕੁਐਸਚਨ ਆਉਂਦਾ ਹੁੰਦਾ ਹੈ ਕਿ ਸੰਸਾਰ ਨੂੰ ਗਲੋਬਲ ਪਿੰਡ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਮਨੁੱਖ ਨੇ ਆਪਣੀ ਸੋਚ ਦੇ ਨਾਲ, ਆਪਣੀ ਸਮਝਦਾਰੀ ਦੇ ਨਾਲ, ਤਕਨੀਕ ਦੀ ਮਦਦ ਦੇ ਨਾਲ ਇੱਕ ਸੰਸਾਰ ਨੂੰ ਇੱਕ ਪਿੰਡ ਬਣਾ ਲਿਆ ਹੈ ਕਿ ਜਿਵੇਂ ਕੀ ਹੁੰਦਾ ਪਿੰਡ ਦੇ ਵਿੱਚ ਇੱਕ ਦੂਜੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ, ਉਵੇਂ ਅਸੀਂ ਅੱਜ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦੂਜੇ ਸਿਟੀ ਤੋਂ ਹੀ ਨਹੀਂ, ਦੂਜੇ ਸ਼ਹਿਰ ਤੋਂ ਹੀ ਨਹੀਂ, ਦੂਜੇ ਦੇਸ਼ ਤੋਂ ਵੀ ਚੀਜ਼ਾਂ ਮੰਗਾ ਰਹੇ ਹਾਂ। ਇਸ ਕਰਕੇ ਸਾਨੂੰ ਕੀ ਕਿਹਾ ਜਾਂਦਾ ਹੈ ਕਿ ਸੰਸਾਰ ਇੱਕ ਗਲੋਬਲ ਪਿੰਡ ਹੈ ਜਿਸ ਦਾ ਹਰੇਕ ਮਨੁੱਖ ਕਿੱਤੇ ਉੱਤੇ ਪ੍ਰਭਾਵ ਪਿਆ ਹੈ। ਅਰਥਾਤ ਮਨੁੱਖ ਨੇ ਆਪਣੀ ਲੋੜਾਂ ਪੂਰੀਆਂ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਕੇ ਉਸ ਕਰਨ ਦਾ ਹੁਨਰ ਪ੍ਰਾਪਤ ਕਰ ਲਿਆ ਹੈ। ਅੱਗੇ ਹੈ ਯਾਦ ਕਰਨ ਯੋਗ ਗੱਲਾਂ। ਇਹ ਤੁਸੀਂ ਆਪ ਪੜ੍ਹਨੀ ਹੈ। ਇਹਦੇ ਵਿੱਚ ਕੀ ਆ, ਵਾਤਾਵਰਣ ਕੀ ਹੁੰਦਾ ਹੈ, ਉਸਦੇ ਮੰਡਲ ਕਿਹੜੇ ਕਿਹੜੇ ਹਨ, ਗਲੋਬਲ ਪਿੰਡ ਕਿਉਂ ਕਿਹਾ ਗਿਆ। ਅਗਲੇ ਕੁਐਸਚਨਸ ਮੈਂ ਤੁਹਾਨੂੰ ਸਾਰੇ ਕਰਵਾਤੇ। 4 ਕੁਐਸਚਨਸ ਹੈ, ਖਾਲੀ ਥਾਂ ਹੈ। ਇਹ ਤੁਸੀਂ ਆਪਦਾ ਚੈਪਟਰ ਪੂਰਾ ਕੰਪਲੀਟ ਕਰਨਾ ਹੈ। ਹੁਣ ਜਿਹੜੇ ਬੱਚੇ ਨੂੰ ਜਿਹੜੀ ਚੀਜ਼ ਨਹੀਂ ਸਮਝ ਆਈ ਉਹ ਮੈਨੂੰ ਆਡੀਓ ਪਾ ਦਿਓ ਅਤੇ ਮੈਂ ਤੁਹਾਨੂੰ ਸਾਰਾ ਸਮਝਾ ਦੂੰਗੀ ਬੇਟੇ। ਥੈਂਕ ਯੂ ਰਜੇ।